ਸਾਡੇ ਨਾਲ ਵੀ ਹੁੰਦਾ, ਹਾਲਾਤ ਖਰਾਬ ਹੋ ਜਾਂਦੇ ਆ। ਅਸੀਂ ਕਈ ਵਾਰੀ ਖੇਤਾਂ ਵਿੱਚ ਝੋਨਾ ਲਾਇਆ ਹੁੰਦਾ, ਮੀਂਹ ਪੈਂਦਾ ਨਹੀਂ, ਬਿਜਲੀ ਆਉਂਦੀ ਨਹੀਂ, ਫਿਰ ਅਸੀਂ ਕੀ ਕਰੀਏ? ਜਿਹੜੀ ਕਿਸਾਨੀ ਹੈ ਸਾਡੀ ਛੋਟੀ ਕਿਸਾਨੀ ਖਾਸ ਤੌਰ ਤੇ ਉਹ ਇੰਨੀ ਮਿਹਨਤ ਕਰਨ ਦੇ ਬਾਵਜੂਦ ਅਸੀਂ ਉਹਨੂੰ ਇਨਮਾਨ ਦਰਜਾ ਵੀ ਦਿੰਦੇ, ਉਹਨੂੰ ਅੰਨਦਾਤਾ ਵੀ ਕਹਿੰਦੇ ਆ, ਇਹ ਵੀ ਕਹਿੰਦੇ ਕਿ ਮੁਲਕ ਵਿੱਚ ਅੰਨ ਦੇ ਭੰਡਾਰੇ ਨੇ ਭਰੇ ਆ, ਪਰ ਉਹ ਇੰਨੀ ਮੁਸ਼ਕਲ ਸਥਿਤੀ ਵਿੱਚ ਕਿਉਂ ਹੈ? ਉਹਦਾ ਜੀਣਾ ਕਿਉਂ ਦੁੱਭਰ ਹੋਇਆ ਹੋਇਆ, ਉਹਦੀਆਂ ਮੰਗਾਂ ਕੋਈ ਨਹੀਂ ਸੁਣ ਰਿਹਾ, ਉਹਦੀ ਆਰਥਿਕਤਾ ਦਿਨੋਂ ਦਿਨ ਚਰਮਰਾ ਰਹੀ ਹੈ, ਉਹਦੀ ਸਮਾਜਿਕ ਜਿਹੜੀ ਹਾਲਤ ਹੈ ਉਹ ਵੀ ਖਰਾਬ ਹੋ ਰਹੀ ਹੈ, ਉਹ ਆਪਣੇ ਧੀਆਂ ਪੁੱਤਾਂ ਦੇ ਠੀਕ ਢੰਗ ਨਾਲ ਚਾਅ ਵੀ ਪੂਰੇ ਨਹੀਂ ਕਰ ਪਾ ਰਿਹਾ। ਕਿਉਂਕਿ ਕਿਤੇ ਨਾ ਕਿਤੇ ਸਾਰੇ ਕੁਝ ਲਈ ਜਿਹੜੀ ਜ਼ਿੰਮੇਵਾਰ ਹੈ ਉਹ ਸੱਤਾ। ਡਾਕਟਰ ਸਾਹਿਬ, ਜੋ ਅੱਜ ਕਿਸਾਨਾਂ ਦੀ ਹਾਲਤ ਬਣੀ ਹੋਈ ਹੈ, ਬੜੀ ਗੰਭੀਰ ਹਾਲਤ ਬਣੀ, ਤੁਹਾਨੂੰ ਕੀ ਲੱਗਦਾ ਇਸ ਪਿੱਛੇ ਸਿੱਧੇ ਤੌਰ ਤੇ ਸਰਕਾਰਾਂ ਹੀ ਜ਼ਿੰਮੇਵਾਰ ਨੇ? ਬਿਲਕੁਲ, ਸਰਕਾਰਾਂ ਤੇ ਕਾਰਪੋਰੇਟ ਦੋਨੋਂ ਜ਼ਿੰਮੇਵਾਰ ਨੇ। ਇਸੇ ਕਰਕੇ ਸਰਕਾਰ ਨਾਲ ਲੜਾਈ ਲੜੀ ਜਾ ਰਹੀ ਹੈ ਕਿ ਤੁਸੀਂ ਇਹ ਦੱਸੋ ਕਿ ਤੁਹਾਡੀ ਧਿਰ ਕਿਹੜੀ ਹੈ, ਤੁਹਾਡੀ ਧਿਰ ਕਾਰਪੋਰੇਟ ਨੇ ਜਾਂ ਕਿਸਾਨ ਹੈ? ਉਹ ਇੱਕ ਆਮ ਇਨਸਾਨ, ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਵਿਦਿਆਰਥੀ ਹੈ, ਕੋਈ ਵੀ ਹੈ, ਉਸ ਦਾ ਦਮਨ ਕਰ ਰਹੀ ਹੈ, ਉਸ ਨੂੰ ਸਪਰੈਸ ਕਰ ਰਹੀ ਹੈ, ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਉਸ ਦਬਾਉਣ ਦੇ ਵਿੱਚੋਂ ਹੀ ਫਿਰ ਐਡਾ ਇੱਕ ਬਲਬਲਾ ਪੈਦਾ ਹੁੰਦਾ ਹੈ, ਇੱਕ ਸੰਘਰਸ਼, ਇੱਕ ਤੁਹਾਡੇ ਅੰਦਰ ਮੂਵਮੈਂਟ ਪੈਦਾ ਹੁੰਦੀ ਹੈ ਕਿ ਤੁਸੀਂ ਫਿਰ ਡਾਂਗ ਤੱਕ ਪਹੁੰਚਦੇ ਹੋ। ਡਾਂਗ ਤੁਹਾਡਾ ਅੰਤਿਮ ਹਥਿਆਰ ਹੈ। ਸਵਾਗਤ ਹੈ ਜੀ ਮੇਰਾ ਪੰਜਾਬ ਨਿਊਜ਼ ਦਾ। ਕਿਉਂਕਿ ਕਹਿੰਦੇ ਨੇ ਕਿ ਕਲਾ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਕਿ ਹਰ ਇੱਕ ਜ਼ਮਾਨ ਨੂੰ ਦੁਹਰਾਇਆ ਜਾ ਸਕਦਾ, ਹਰ ਇੱਕ ਚੀਜ਼ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸੋ ਅੱਜ ਦਾ ਮੁੱਦਾ ਜੋ ਕਿ ਕਿਸਾਨੀ ਦਾ ਮੁੱਦਾ, ਦਿੱਲੀ ਦੇ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਉੱਥੇ ਲਗਾਤਾਰ ਧਰਨੇ ਤੇ ਡਟੇ ਹੋਏ ਨੇ, ਲੇਕਿਨ ਕੇਂਦਰ ਚੁੱਕਣ ਨੂੰ ਤਿਆਰ ਨਹੀਂ। ਉਸੇ ਚੀਜ਼ ਤੇ ਆਧਾਰਿਤ ਇੱਕ ਅਜਿਹੀ ਕਿਸਾਨੀ ਦੀ ਹਾਲਾਤ ਨੂੰ ਪੇਸ਼ ਕਰਦਾ ਹੋਇਆ ਨਾਟਕ ਸਮਾਂ ਵਾਲੀ ਡੰਗ, ਜੋ ਕਿ ਬਹੁਤ ਹੀ ਅੱਛੇ ਅਦਾਕਾਰ ਡਾਕਟਰ ਸਾਹਿਬ ਸਿੰਘ ਜੀ ਵੱਲੋਂ ਪੇਸ਼ ਕੀਤਾ ਗਿਆ। ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਜੀ, ਸ਼ੁਕਰੀਆ ਜੀ। ਡਾਕਟਰ ਸਾਹਿਬ, ਜੋ ਤੁਸੀਂ ਇਹ ਪਲੇ ਪੇਸ਼ ਕੀਤਾ ਹੈ ਸਮਾਂ ਵਾਲੀ ਡੰਗ, ਆਖਰ ਇਸ ਦਾ ਕੀ ਮੋਟਿਵ ਹੈ, ਕਿਸ ਤਰੀਕੇ ਦੀ ਪੇਸ਼ਕਾਰੀ ਤੁਸੀਂ ਕੀਤੀ ਹੈ? ਇਹ ਇਸ ਤਰ੍ਹਾਂ ਹੈਗਾ ਕਿ ਮੈਂ ਕਾਫੀ ਸਾਲਾਂ ਤੋਂ ਇਹ ਸੋਚ ਰਿਹਾ ਸੀ ਕਿ ਜਿਹੜੀ ਕਿਸਾਨੀ ਹੈ ਸਾਡੀ ਛੋਟੀ ਕਿਸਾਨੀ ਖਾਸ ਤੌਰ ਤੇ ਉਹ ਇੰਨੀ ਮਿਹਨਤ ਕਰਨ ਦੇ ਬਾਵਜੂਦ ਅਸੀਂ ਉਹਨੂੰ ਇਨਮਾਨ ਦਰਜਾ ਵੀ ਦਿੰਦੇ, ਉਹਨੂੰ ਅੰਨਦਾਤਾ ਵੀ ਕਹਿੰਦੇ ਆ, ਇਹ ਵੀ ਕਹਿੰਦੇ ਕਿ ਮੁਲਕ ਵਿੱਚ ਅੰਨ ਦੇ ਭੰਡਾਰੇ ਨੇ ਭਰੇ ਆ, ਪਰ ਉਹ ਇੰਨੀ ਮੁਸ਼ਕਲ ਸਥਿਤੀ ਵਿੱਚ ਕਿਉਂ ਹੈ? ਉਹਦਾ ਜੀਣਾ ਕਿਉਂ ਦੁੱਭਰ ਹੋਇਆ ਹੋਇਆ, ਉਹਦੀਆਂ ਮੰਗਾਂ ਕੋਈ ਨਹੀਂ ਸੁਣ ਰਿਹਾ, ਉਹਦੀ ਆਰਥਿਕਤਾ ਦਿਨੋਂ ਦਿਨ ਚਰਮਰਾ ਰਹੀ ਹੈ, ਉਹਦੀ ਸਮਾਜਿਕ ਜਿਹੜੀ ਹਾਲਤ ਹੈ ਉਹ ਵੀ ਖਰਾਬ ਹੋ ਰਹੀ ਹੈ, ਉਹ ਆਪਣੇ ਧੀਆਂ ਪੁੱਤਾਂ ਦੇ ਠੀਕ ਢੰਗ ਨਾਲ ਚਾਅ ਵੀ ਪੂਰੇ ਨਹੀਂ ਕਰ ਪਾ ਰਿਹਾ। ਤੇ ਮੈਨੂੰ ਸੀ ਕਿ ਇਹ ਸਾਰੇ ਕੁਝ ਨੂੰ ਨਟਸ਼ੈਲ ਦੇ ਵਿੱਚ ਇੱਕ ਨਾਟਕ ਦੇ ਵਿੱਚ ਰੰਗਮੰਚ ਰਾਹੀਂ ਸਮਾਉਣਾ ਚਾਹੀਦਾ। ਤੇ ਮੈਂ ਕਿਉਂਕਿ ਪਿੰਡਾਂ ਦਾ ਰਹਿਣ ਵਾਲਾ, ਮੈਂ ਪਿੰਡੂ ਜ਼ਿੰਦਗੀ ਦੇਖੀ ਹੋਈ ਹੈ ਸ਼ੁਰੂ ਦੇ ਵਿੱਚ, ਖੇਤੀ ਪਰਿਵਾਰ ਨਾਲ ਸੰਬੰਧਿਤ ਹਾਂ, ਕਿਸਾਨ ਪਰਿਵਾਰ ਦੇ ਨਾਲ, ਤੇ ਮੈਂ ਫਿਰ ਉਹਨਾਂ ਸਾਰੀਆਂ ਚੀਜ਼ਾਂ ਨੂੰ, ਜਿੰਨੇ ਵੀ ਫੈਕਟਰਸ ਨੇ ਉਸ ਨਾਲ ਜੁੜੇ ਹੋਏ, ਉਹਨਾਂ ਨੂੰ ਸਾਰਿਆਂ ਨੂੰ ਇੱਕ ਨਾਟਕ ਦੇ ਵਿੱਚ ਸਮਾਉਣ ਦੀ ਕੋਸ਼ਿਸ਼ ਕੀਤੀ। ਤੇ ਜਦੋਂ ਮੈਂ ਇਹ ਸ਼ੁਰੂ ਕੀਤਾ ਫਿਰ ਮੈਨੂੰ ਲੱਗਾ ਕਿ ਜੇ ਇਹ ਗੱਲਾਂ ਕਰਨੀਆਂ ਤਾਂ ਸਿੱਧੀਆਂ ਸੱਤਾ ਨਾਲ ਸੰਬੰਧਿਤ, ਕੁਰਸੀ ਨਾਲ ਸੰਬੰਧਿਤ ਹੋਣੀ ਚਾਹੀਦੀਆਂ, ਕਿਉਂਕਿ ਕਿਤੇ ਨਾ ਕਿਤੇ ਸਾਰੇ ਕੁਝ ਲਈ ਜਿਹੜੀ ਜ਼ਿੰਮੇਵਾਰ ਹੈ ਉਹ ਸੱਤਾ ਹੈਗੀ। ਸੋ ਫਿਰ ਉਹ ਨਾਟਕ ਦਾ ਢਾਂਚਾ ਜਿਹੜਾ ਹੈਗਾ ਉਹ ਲਿਖਿਆ। ਲਿਖਣ ਤੋਂ ਬਾਅਦ 2019 ਦੇ ਵਿੱਚ ਇਹ ਨਾਟਕ ਤਿਆਰ ਕੀਤਾ। ਉਸ ਤੋਂ ਬਾਅਦ ਜਗ੍ਹਾ ਜਗ੍ਹਾ ਮੈਂ ਬਹੁਤ ਸਾਰੇ ਸ਼ੋਅ ਕੀਤੇ। ਫਿਰ ਕਰੋਨਾ ਸੰਕਟ ਆ ਗਿਆ, ਉਹਦੇ ਕਰਕੇ ਕਾਫੀ 7-8 ਮਹੀਨੇ ਕੋਈ ਸ਼ੋਅ ਨਹੀਂ ਹੋ ਸਕਿਆ, ਪਰ ਹੁਣ ਜਦੋਂ ਦਾ ਕਿਸਾਨ ਮੂਵਮੈਂਟ ਸ਼ੁਰੂ ਹੋਈ ਹੈ ਦੁਬਾਰਾ ਇਸ ਦੇ ਸ਼ੋਅ ਫਿਰ ਸ਼ੁਰੂ ਹੋਣੇ ਹੋਏ। ਡਾਕਟਰ ਸਾਹਿਬ, ਜੋ ਅੱਜ ਕਿਸਾਨਾਂ ਦੀ ਹਾਲਤ ਬਣੀ ਹੋਈ ਹੈ, ਬੜੀ ਗੰਭੀਰ ਹਾਲਤ ਬਣੀ, ਤੁਹਾਨੂੰ ਕੀ ਲੱਗਦਾ ਇਸ ਪਿੱਛੇ ਸਿੱਧੇ ਤੌਰ ਤੇ ਸਰਕਾਰਾਂ ਹੀ ਜ਼ਿੰਮੇਵਾਰ ਨੇ? ਬਿਲਕੁਲ, ਸਰਕਾਰਾਂ ਤੇ ਕਾਰਪੋਰੇਟ ਦੋਨੋਂ ਜ਼ਿੰਮੇਵਾਰ ਨੇ, ਕਿਉਂਕਿ ਸਰਕਾਰਾਂ ਜਦੋਂ ਕਿਸਾਨਾਂ ਦਾ ਫਿਕਰ ਛੱਡ ਕੇ ਕਾਰਪੋਰੇਟਸ ਦਾ ਫਿਕਰ ਕਰਨਗੀਆਂ, ਜਦੋਂ ਕਾਰਪੋਰੇਟਸ ਦੇ ਹਿੱਤ ਪੂਰੇ ਕਰਨ ਦੀ ਕੋਸ਼ਿਸ਼ ਕਰਨਗੀਆਂ ਤੇ ਕਿਸਾਨ ਨੂੰ ਆਪਣੇ ਏਜੰਡੇ ਤੋਂ ਬਾਹਰ ਕਰ ਦੇਣਗੀਆਂ, ਤਾਂ ਫਿਰ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਇਸੇ ਕਰਕੇ ਸਰਕਾਰ ਨਾਲ ਲੜਾਈ ਲੜੀ ਜਾ ਰਹੀ ਹੈ ਕਿ ਤੁਸੀਂ ਇਹ ਦੱਸੋ ਕਿ ਤੁਹਾਡੀ ਧਿਰ ਕਿਹੜੀ ਹੈ, ਤੁਹਾਡੀ ਧਿਰ ਕਾਰਪੋਰੇਟ ਨੇ ਜਾਂ ਕਿਸਾਨ ਹੈ? ਉਹ ਉੱਪਰੋਂ ਕਹਿੰਦੇ ਨੇ ਕਿ ਕਿਸਾਨ ਹੈ, ਕਿਸਾਨ ਸਾਡੇ ਨੇ, ਕਿਸਾਨ ਸਾਡੇ ਭਰਾ ਨੇ, ਪਰ ਉਹ ਜੋ ਵੀ ਹਿੱਤ ਪੂਰਦੇ ਨੇ ਉਹ ਕਾਰਪੋਰੇਟ ਦੇ ਹਿੱਤ ਪੂਰਦੇ ਨੇ। ਤੇ ਅਗਰ ਕਿਸਾਨ ਇਹ ਮੰਗਾਂ ਨਹੀਂ ਉਠਾਉਂਦੇ ਤਾਂ ਇੱਕ ਦਿਨ ਐਸਾ ਆ ਜਾਏਗਾ ਕਿ ਸਾਰਾ ਕੁਝ ਜੋ ਵੀ ਕੁਝ ਸਾਡੇ ਆਲੇ ਦੁਆਲੇ ਹੈਗਾ, ਸਾਡਾ এনवायरमेंट, ਸਾਡੀ ਜ਼ਮੀਨ, ਸਾਡੀਆਂ ਫਸਲਾਂ, ਸਾਡਾ ਸਾਰਾ ਕੁਝ ਜਿਹੜਾ ਹੈਗਾ ਉਹ ਕਾਰਪੋਰੇਟਸ ਦੇ ਹੱਥਾਂ ਦੇ ਵਿੱਚ ਚਲਾ ਜਾਏਗਾ। ਤੇ ਜਿਹੜਾ ਆਮ ਸਧਾਰਨ ਬੰਦਾ ਹੈ, ਜਿਹੜਾ ਕਿਸਾਨ ਨਹੀਂ ਵੀ ਹੈ, ਉਹਦੇ ਲਈ ਬਹੁਤ ਮੁਸ਼ਕਲ ਸਥਿਤੀ ਪੈਦਾ ਹੋ ਜਾਏਗੀ। ਇਸੇ ਕਰਕੇ ਸਮਾਜ ਦਾ ਹਰ ਵਰਗ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਇਆ ਹੋਇਆ ਤੇ ਮੈਂ ਬਤੌਰ ਕਲਾਕਾਰ ਆਪਣੀ ਜ਼ਿੰਮੇਵਾਰੀ ਇੱਕ ਕਲਾਕਾਰ ਦੇ ਤੌਰ ਤੇ ਇਹਦੇ ਵਿੱਚ ਨਿਭਾ ਰਿਹਾ। ਤੁਹਾਡੇ ਨਾਟਕ ਸਮਾਂ ਵਾਲੀ ਡੰਗ ਦੇ ਵਿੱਚ ਵਾਰ-ਵਾਰ ਇੱਕ ਚੇਅਰ ਤੇ ਬੈਠੇ ਇੱਕ ਸ਼ਖਸ ਨੂੰ ਬਾਊਗਾ ਕਿ ਸੰਬੋਧਨ ਕੀਤਾ ਜਾਂਦਾ ਹੈ, ਆਖਰ ਉਸ ਚੀਜ਼ ਦਾ ਕੀ ਰਾਜ਼ ਹੈ ਜੀ? ਉਹ ਪ੍ਰਧਾਨ ਮੰਤਰੀ ਹੈ ਦੇਸ਼ ਦਾ, ਉਸ ਨੂੰ ਸੰਬੋਧਨ ਹੋ ਰਿਹਾ, ਉਹ ਦਿੱਲੀ ਮੋਰਚੇ ਤੋਂ ਆਇਆ, ਉਹ ਠੀਕ ਹੈ, ਉਹ ਪ੍ਰਧਾਨ ਮੰਤਰੀ ਵੀ ਹੋ ਸਕਦਾ, ਉਹ ਮੁੱਖ ਮੰਤਰੀ ਵੀ ਹੋ ਸਕਦਾ, ਉਹ ਸੱਤਾ ਦਾ ਪ੍ਰਤੀਕ ਹੈ। ਕੁਰਸੀ ਜਿਹੜੀ ਉਹ ਸੱਤਾ ਦਾ ਪ੍ਰਤੀਕ ਹੈ ਕਿ ਜਿਹੜੀ ਸੱਤਾ ਹੈ, ਜਿਹੜੀ ਐਸਟੈਬਲਿਸ਼ਮੈਂਟ ਹੈ, ਉਹ ਜਿਹੜੀ ਹੈਗੀ ਆ ਉਹ ਇੱਕ ਆਮ ਇਨਸਾਨ, ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਵਿਦਿਆਰਥੀ ਹੈ, ਕੋਈ ਵੀ ਹੈ, ਉਸ ਦਾ ਦਮਨ ਕਰ ਰਹੀ ਹੈ।
ਉਸ ਨੂੰ ਸਪਰੈਸ ਕਰ ਰਹੀ ਹੈ, ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਉਸ ਦਬਾਉਣ ਦੇ ਵਿੱਚੋਂ ਹੀ ਫਿਰ ਐਡਾ ਇੱਕ ਬਲਬਲਾ ਪੈਦਾ ਹੁੰਦਾ ਹੈ, ਇੱਕ ਸੰਘਰਸ਼, ਇੱਕ ਤੁਹਾਡੇ ਅੰਦਰ ਮੂਵਮੈਂਟ ਪੈਦਾ ਹੁੰਦੀ ਹੈ ਕਿ ਤੁਸੀਂ ਫਿਰ ਡਾਂਗ ਤੱਕ ਪਹੁੰਚਦੇ ਹੋ। ਡਾਂਗ ਤੁਹਾਡਾ ਅੰਤਿਮ ਹਥਿਆਰ ਹੈ, ਡਾਂਗ ਤੁਹਾਡਾ ਪਹਿਲਾ ਹਥਿਆਰ ਨਹੀਂ ਹੈ, ਅੰਤਿਮ ਹਥਿਆਰ ਹੈ। ਜੇ ਤੁਸੀਂ ਤੁਹਾਡੀ ਕੋਈ ਸੁਣੇ ਨਾ ਫਿਰ ਤੁਸੀਂ ਡਾਂਗ ਚੁੱਕਦੇ ਹੋ। ਸੋ ਮੈਂ ਇਹ ਸਾਰਾ ਕੁਝ ਨਾਟਕ ਰਾਹੀਂ। ਡਾਕਟਰ ਸਾਹਿਬ, ਕੇਂਦਰ ਦੇ ਵੱਲੋਂ ਹਾਲਾਂ ਤੱਕ ਕਿਸਾਨਾਂ ਨਾਲ ਦੋ ਤਿੰਨ ਚਾਰ ਮੀਟਿੰਗਾਂ ਕੀਤੀਆਂ ਗਈਆਂ, ਲੇਕਿਨ ਬੇਸਿੱਟਾਂ ਨਿਕਲੀਆਂ, ਕਿਸਾਨ ਡਟੇ ਹੋਏ ਨੇ। ਹਾਲਾਂ ਤੱਕ ਕੇਂਦਰ ਕਿਸਾਨ ਆਰਡੀਨੈਂਸ ਨੂੰ ਰੱਦ ਕਰਨ ਲਈ ਤਸਵੀਰ ਨਹੀਂ ਦੇ ਰਹੀ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਨਹੀਂ, ਬਿਲਕੁਲ ਦੇਖੋ, ਸਰਕਾਰ ਅੜੀਅਲ ਹੈ, ਸਰਕਾਰ ਜ਼ਿੱਦੀ ਹੈ ਇਸ ਕਰਕੇ ਕਿਉਂਕਿ ਕਾਰਪੋਰੇਟਸ ਦੇ ਹੱਥਾਂ ਵਿੱਚ ਵਿਕੀ ਹੋਈ ਹੈ। ਜਦੋਂ ਤੁਸੀਂ ਕਿਸੇ ਦੇ ਹੱਥ 'ਚ ਵਿਕ ਜਾਂਦੇ ਹੋ ਨਾ, ਤੁਸੀਂ ਕੁਝ ਹਾਸਲ ਕਰ ਲੈਂਦੇ ਕਿਸੇ ਨੂੰ ਗਲਤ ਨਜਾਇਜ਼ ਤਰੀਕੇ ਨਾਲ, ਜਿਹਦੇ ਤੁਹਾਡਾ ਹੱਕ ਨਹੀਂ ਹੁੰਦਾ ਪਰ ਤੁਸੀਂ ਹਾਸਲ ਕਰ ਲੈਂਦੇ ਹੋ, ਤੇ ਫਿਰ ਤੁਸੀਂ ਜਿਸ ਤੋਂ ਹੱਕ ਹਾਸਲ ਕੀਤਾ ਹੁੰਦਾ ਨਾ ਨਜਾਇਜ਼ ਤਰੀਕੇ ਨਾਲ, ਤੁਸੀਂ ਉਹਨੂੰ ਮਾਲਕ ਸਮਝਣ ਲੱਗ ਪੈਂਦੇ ਆਪਣਾ। ਫਿਰ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਹੋ, ਫਿਰ ਤੁਸੀਂ ਉਸ ਮਾਲਕ ਦੀ ਬੋਲੀ ਬੋਲਦੇ ਹੋ। ਇਸ ਕਰਕੇ ਉਹ ਕਿਉਂਕਿ ਕਾਰਪੋਰੇਟਸ ਦੇ ਹੱਥਾਂ ਵਿੱਚ ਵਿਕੀਆਂ ਹੋਈਆਂ ਸਰਕਾਰਾਂ ਨੇ, ਕਾਰਪੋਰੇਟਸ ਰਨ ਕਰ ਰਹੀਆਂ ਉਹਨਾਂ ਨੂੰ, ਇਸ ਕਰਕੇ ਉਹ ਕਾਰਪੋਰੇਟਸ, ਉਹਨਾਂ ਨੂੰ ਉੱਤੋਂ ਪ੍ਰੈਸ਼ਰ ਹੈ ਕਾਰਪੋਰੇਟਸ ਦਾ, ਛੇਤੀ ਮੰਗਾਂ ਉਹਨਾਂ ਨੇ ਮੰਨਣੀਆਂ ਨਹੀਂ। ਪਰ ਕਿਸਾਨਾਂ ਦੀ ਮੂਵਮੈਂਟ ਇੰਨੀ ਜ਼ਬਰਦਸਤ ਹੋ ਚੁੱਕੀ ਹੋਈ ਹੈ, ਉਹਦੇ ਵਿੱਚ ਹਰ ਵਰਗ ਆ ਚੁੱਕਾ ਹੋਇਆ ਕਿ ਕਿਸਾਨਾਂ ਦੀ ਮੂਵਮੈਂਟ ਦਾ ਅਸਰ ਜਿਹੜਾ ਹੈਗਾ ਉਹ ਸੱਤਾ ਤੱਕ ਪਹੁੰਚ ਚੁੱਕਾ ਹੋਇਆ। ਸੱਤਾ ਨੂੰ ਇਹ ਪਤਾ ਲੱਗ ਚੁੱਕਾ ਹੋਇਆ ਕਿ ਇਹ ਇੰਨੀ ਆਸਾਨੀ ਨਾਲ ਘਰਾਂ ਨੂੰ ਵਾਪਸ ਜਾਣ ਵਾਲੇ ਨਹੀਂ ਹੈ ਜਿਸ ਤਰ੍ਹਾਂ ਇੱਥੇ ਆ ਕੇ ਬੈਠ ਗਏ। ਸੋ ਇਹਦਾ ਹੱਲ ਨਿਕਲੇਗਾ, ਜ਼ਰੂਰ ਵਧੀਆ ਹੱਲ ਨਿਕਲੇਗਾ, ਅਸੀਂ ਆਸਵੰਦ ਹਾਂ। ਸੋ ਬਤੌਰ ਥੀਏਟਰ ਤੁਸੀਂ ਇੱਕ ਅਦਾਕਾਰੀ ਰਾਹੀਂ ਜਾਗਰੂਕ ਕਰ ਰਹੇ ਹੋ, ਤੁਸੀਂ ਕਿਸ ਤਰੀਕੇ ਨਾਲ ਅਪੀਲ ਕਰੋਗੇ ਬਾਕੀ ਸਾਡੇ ਦੇਸ਼ ਦੇ ਨੌਜਵਾਨ ਜੋ ਅਜੇ ਤੱਕ ਉੱਥੇ ਪਹੁੰਚੇ ਨਹੀਂ ਹੈ ਜਾਂ ਲੋਕ ਅਜੇ ਤੱਕ ਪਹੁੰਚੇ ਨਹੀਂ, ਕੀ ਅਪੀਲ ਕਰੋਗੇ ਉਹਨਾਂ ਨੂੰ? ਮੈਂ ਕਹਿੰਦਾ ਕਿ ਜ਼ਰੂਰੀ ਨਹੀਂ ਕਿ ਹਰ ਬੰਦਾ ਹੀ ਉੱਥੇ ਪਹੁੰਚ ਜਾਵੇ। ਉੱਥੇ ਬੰਦਾ ਜੇ ਇਸ ਵੇਲੇ 4-5 ਲੱਖ ਬੰਦਾ ਹੈ ਤੇ ਸਾਡੀ ਕਰੋੜਾਂ 'ਚ ਆਬਾਦੀ ਹੈ, ਸਾਰੇ ਦਿਨ ਉੱਥੇ ਪਹੁੰਚ ਸਕਦੇ। ਪਰ ਅਸੀਂ ਜਿੱਥੇ ਵੀ ਬੈਠੇ ਹੋਈਏ, ਚਾਹੇ ਅਸੀਂ ਆਪਣੇ ਘਰਾਂ 'ਚ, ਬਾਜ਼ਾਰਾਂ 'ਚ, ਦਫ਼ਤਰਾਂ 'ਚ, ਜਿੱਥੇ ਵੀ ਬੈਠੇ ਹੋਈਏ, ਸਾਨੂੰ ਉਹਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਹੈ। ਮੈਂ ਲੇਖਕ ਹਾਂ, ਮੈਂ ਲਿਖ ਸਕਦਾ, ਮੈਂ ਅਖਬਾਰ 'ਚ ਕਾਲਮ ਲਿਖਦਾ, ਮੈਂ ਉਹਦੇ ਵਿੱਚ ਕੋਈ ਗੱਲ ਕਰ ਸਕਦਾ, ਮੈਂ ਰੰਗਮੰਚ ਕਰਦਾ, ਰੰਗਮੰਚ ਰਾਹੀਂ ਕੁਝ ਕਰ ਸਕਦਾ। ਜਿਹੜਾ ਕੋਈ ਹੋਰ ਕਿਸੇ ਪ੍ਰੋਫੈਸ਼ਨ ਦੇ ਵਿੱਚ ਹੈ, ਕੋਈ ਪੇਂਟਰ ਹੈ, ਉਹ ਪੇਂਟਿੰਗ ਕਰ ਸਕਦਾ। ਇਸ ਨੂੰ ਲੈ ਕੇ ਸਟੂਡੈਂਟਸ ਨੇ, ਸਟੂਡੈਂਟਸ ਪ੍ਰੋਸੈਸ਼ਨ ਕੱਢ ਸਕਦੇ ਆ, ਟੀਚਰਸ ਨੇ ਇਹਦੇ ਹੱਕ 'ਚ ਆਵਾਜ਼ ਉਠਾ ਸਕਦੇ ਆ, ਮੁਲਾਜ਼ਮ ਜਿਹੜੇ ਹੈਗੇ ਉਹ ਕੰਟਰੀਬਿਊਟ ਕਰ ਸਕਦੇ ਆ, ਉਹਨਾਂ ਨੂੰ ਹਰ ਮਹੀਨੇ ਤਨਖਾਹ ਮਿਲਦੀ ਹੈ, ਉਹਦੇ ਵਿੱਚੋਂ ਕੁਛ ਨਾ ਕੁਛ ਕੰਟਰੀਬਿਊਟ ਕਰ ਸਕਦੇ। ਸੋ ਮੇਰਾ ਇਹ ਕਹਿਣਾ ਹੈ, ਚਾਹੇ ਦੇਸ਼ ਦਾ ਨੌਜਵਾਨ ਹੈ, ਚਾਹੇ ਨੌਜਵਾਨ ਤੋਂ ਵੱਡਾ ਹੈ, ਹਰ ਇੱਕ ਨੂੰ ਇਸ ਅੰਦੋਲਨ ਦੇ ਵਿੱਚ ਕੁਛ ਨਾ ਕੁਛ ਕੰਟਰੀਬਿਊਟ ਕਰਨਾ ਚਾਹੀਦਾ, ਨਾਲ ਖੜਨਾ ਚਾਹੀਦਾ ਔਰ ਇਹਨਾਂ ਮੰਗਾਂ ਨੂੰ ਸਮਝਣਾ ਚਾਹੀਦਾ। ਕਈ ਵਾਰੀ ਭਰਮ ਭੁਲੇਖੇ ਸਿਰਜੇ ਜਾਂਦੇ ਆ ਕਿ ਸ਼ਾਇਦ ਕਿਸਾਨਾਂ ਨੂੰ, ਉਹਨਾਂ ਦੇ ਜਥੇਬੰਦੀਆਂ ਦੇ ਆਗੂਆਂ ਨੂੰ ਸਮਝ ਨਹੀਂ ਆਉਂਦੀ, ਸ਼ਾਇਦ ਉਹ ਨਾ ਸਮਝੀ ਵਿੱਚ ਸਾਰੇ ਗੱਲਾਂ ਕਰ ਰਹੇ। ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਨੁਕਤਾ ਸਪਸ਼ਟ ਹੈ ਉਹਨਾਂ ਮੰਗਾਂ ਦਾ ਕਿ ਕਿਉਂ ਮੰਗਾਂ ਉਹ ਕੀਤੀਆਂ ਜਾ ਰਹੀਆਂ ਤੇ ਉਹ ਕਾਨੂੰਨ ਰੱਦ ਕਿਉਂ ਹੋਣੇ ਚਾਹੀਦੇ। ਸੋ ਹਰ ਇੱਕ ਨੂੰ, ਲੋਕਾਈ ਦੇ ਵਿੱਚ ਕੋਈ ਵੀ ਵਰਗ ਹੈ, ਉਹਨੂੰ ਇਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਸੋ ਇਹ ਸੀ ਡਾਕਟਰ ਸਾਹਿਬ ਸਿੰਘ ਜਿਹਨੇ ਕਿ ਬਿਲਕੁਲ ਅੱਛੇ ਤਰੀਕੇ ਨਾਲ ਸਾਨੂੰ ਦੱਸਿਆ ਕਿ ਬੇਸ਼ੱਕ ਸਰਕਾਰਾਂ ਨੂੰ ਕਿਸਾਨਾਂ ਦੇ ਸੰਘਰਸ਼ ਦੇ ਅੱਗੇ ਝੁਕਣਾ ਪਵੇਗਾ ਤੇ ਨਾਲ ਹੀ ਨਾਲ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਬੈਠੇ ਹੈ, ਬੇਸ਼ੱਕ ਆਪਣੇ ਘਰਾਂ ਵਿੱਚ ਬੈਠੇ, ਉਹ ਘਰਾਂ ਵਿੱਚ ਬੈਠ ਕੇ ਵੀ ਇਸ ਕਿਸਾਨੀ ਅੰਦੋਲਨ ਨੂੰ ਪੂਰਾ ਸਮਰਥਨ ਦੇ ਸਕਦੇ ਨੇ। ਕੈਮਰਾਮੈਨ ਮਨੋਜ ਤਿਵਾੜੀ ਦੇ ਨਾਲ ਮੇਰਾ ਪੰਜਾਬ ਨਿਊਜ਼ ਤੋਂ ਦਿਨੇਸ਼ ਸ਼ੈਲਨ, ਨੂਰ ਪਵੇਦੀ, ਰੂਪਨਗਰ।